ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਜਨਾਬ, T20 ਵਰਲਡ ਕੱਪ ਜਿਹੜਾ ਹੈਗਾ ਵੇ ਹਤਮੀ ਮਰਹਲੇ ਤੱਕ ਆ ਪਹੁੰਚਿਆ ਔਰ ਸਾਡੇ ਹਮਸਾਇਆ ਇੰਡੀਆ ਦੀ ਟੀਮ ਪਹੁੰਚ ਗਈ ਫਾਈਨਲ 'ਚ ਔਰ ਦੂਸਰੇ ਪਾਸੇ ਜਿਹੜੀ ਹੈ ਉਹ ਜਨੂਬੀ ਅਫਰੀਕਾ ਉਹ ਫਾਈਨਲ 'ਚ ਪਹੁੰਚੀ। ਜਨੂਬੀ ਅਫਰੀਕਾ ਪਹਿਲੀ ਦਫਾ ਫਾਈਨਲ 'ਚ ਆ ਰਹੀ ਕਿਸੇ ਵੀ ਮੇਰੇ ਖਿਆਲ ਵਰਲਡ ਕੱਪ ਦੇ ਵਿੱਚ। ਇਸ ਵਾਸਤੇ ਉਹਨਾਂ ਵਾਸਤੇ ਇੰਤਹਾਈ ਸਨਸਨੀਖੇਜ਼ ਇਹ ਦਿਨ ਹੋਵੇਗਾ ਔਰ ਬੜਾ ਪੁਰਜੋਸ਼ ਹੋਵੇਗਾ। ਇੰਡੀਆ ਜਿਹੜਾ ਹੈ ਮੁਸਲਸਲ ਇੱਕ ਬਿਹਤਰੀਨ ਪਰਫਾਰਮੈਂਸ ਦਿਖਾ ਕੇ ਇੱਥੇ ਤੱਕ ਆਇਆ ਵੇ ਤੇ ਇਹਦੇ ਹਵਾਲੇ ਨਾਲ ਗੱਲ ਕਰਾਂਗੇ ਅਸੀਂ ਅਬਦੁਲਸਰ ਹਾਸ਼ਮੀ ਸਾਹਿਬ ਕੋਲੋਂ ਔਰ ਉਹਨਾਂ ਕੋਲੋਂ ਪੁੱਛਾਂਗੇ ਕਿ ਦੋਵਾਂ ਟੀਮਾਂ ਦੇ ਵਿੱਚ ਕਿਹੜੀ ਸ਼ੈ, ਕਿਹੜੇ ਪਲੇਅਰ ਔਰ ਕਿਹੜੀ ਤਕਨੀਕ ਹੈ ਜਿਹੜੀ ਫ਼ਰਕ ਪਾ ਸਕਦੀ ਹੈ ਔਰ ਉਹਨੂੰ ਜਿਤਾ ਸਕਦੀ ਹੈ। ਵੈਸੇ ਜਨੂਬੀ ਅਫਰੀਕਾ ਦੀ ਸਟਰੈਂਥ ਕੀ ਹੈ ਤੇ ਇੰਡੀਆ ਦੀ ਸਟਰੈਂਥ ਕੀ ਹੈ? ਦੇਖੋ ਜੀ, ਜਿੱਥੇ ਤੱਕ ਤੇ ਫਾਈਨਲ 'ਚ ਪਹੁੰਚਣ ਦੀ ਗੱਲ ਹੈ ਨਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਨੂਬੀ ਅਫਰੀਕਾ ਪਹਿਲੀ ਵਾਰੀ ਫਾਈਨਲ 'ਚ ਪਹੁੰਚੀ ਹੈ। ਇਸ ਤੋਂ ਪਹਿਲੇ ਉਹ 7 ਸੈਮੀਫਾਈਨਲ ਖੇਲ ਚੁੱਕੀ ਹੈ, ਜਿਹਦੇ 'ਚ 2 T20 ਫਾਈਨਲ ਸੈਮੀਫਾਈਨਲ ਸੀ, 5 ਜਿਹੜੇ ਸੀ ਉਹ ਵਨਡੇ ਦੇ ਸੀ। ਦੱਸੋ ਇੱਕ ਟੀਮ ਜਿਹੜੀ ਹੈ ਉਹ 7 ਵਾਰੀ ਸੈਮੀਫਾਈਨਲ 'ਚੋਂ ਹਾਰ ਗਈ ਹੋਵੇ ਤਾਂ ਉਹਦੇ ਦਿਲ ਤੇ ਕੀ ਬੀਤਦੀ ਹੋਏਗੀ। ਲੇਕਿਨ ਇਹ ਪਹਿਲਾ ਮੌਕਾ ਹੈ ਕਿ ਮਾਰਕਰਮ ਦੀ ਕਿਆਦਤ 'ਚ ਜਨੂਬੀ ਅਫਰੀਕਾ ਦੀ ਟੀਮ ਨੇ ਆਪਣੇ ਉੱਪਰ ਜਿਹੜਾ ਇੱਕ ਲੇਬਲ ਲੱਗਾ ਹੈ ਨਾ ਚੋਕਰਸ ਦਾ, ਉਹ ਉਹਨਾਂ ਨੂੰ ਉਤਾਰ ਸੁੱਟਿਆ ਔਰ ਬੜੀ ਸ਼ਾਨਦਾਰ ਉਹਨਾਂ ਨੇ ਇਸ ਕੈਂਪੇਨ ਨੂੰ ਚਲਾਇਆ ਔਰ ਬਗੈਰ ਸ਼ਿਕਸਤ ਖਾਂਦੇ ਹੋਏ ਇੱਥੋਂ ਤੱਕ ਉਹ ਪਹੁੰਚੇ ਨੇ। ਹੁਣ ਤੱਕ ਉਹਨਾਂ ਦੀ ਕੋਈ ਸ਼ਿਕਸਤ ਨਹੀਂ। ਔਰ ਮਜ਼ੇ ਦੀ ਗੱਲ ਹੈ ਕਿ ਇੰਡੀਆ ਦੀ ਵੀ ਕੋਈ ਸ਼ਿਕਸਤ ਨਹੀਂ। ਦੋਨੋਂ ਟੀਮਾਂ ਪਹਿਲੀ ਵਾਰੀ ਜਿਹੜੀ ਹੈ ਨਾ ਕੋਈ ਮੈਚ ਹਾਰੇ ਬਗੈਰ ਤੱਕ ਪਹੁੰਚੀਆਂ ਨੇ। ਹਾਂ, ਇਹ ਵੇ ਕਿ ਇੰਡੀਆ ਜਿਹੜਾ ਨਾ ਉਹ ਮੁਸਲਸਲ ਦੂਸਰੇ ਵਰਲਡ ਕੱਪ ਦੇ ਫਾਈਨਲ 'ਚ 2023 'ਚ ਵੀ ਉਹ ਫਾਈਨਲ ਸੀ ਤੇ ਉਹ ਹਾਰ ਗਿਆ ਸੀ ਤੇ ਹੁਣ ਇਸ ਵਾਰੀ ਵੀ ਫਾਈਨਲ 'ਚ। ਜਿੱਥੇ ਤੱਕ ਇਹਨਾਂ ਦੀ ਸਟਰੈਂਥ ਦੀ ਗੱਲ ਹੈ ਨਾ, ਉਹ ਇਹ ਵੇ ਕਿ ਇੰਡੀਆ ਦੇ ਬਾਰੇ ਮੈਂ ਕਹਾਂਗਾ ਕਿ ਇੰਡੀਆ ਦੀ ਜਿਹੜੀ ਟੀਮ ਹੈ ਨਾ ਉਹ ਇਸ ਵੇਲੇ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਕੋਈ ਇੱਕ ਪਲੇਅਰ ਤੇ ਡਿਪੈਂਡ ਕਰਦੀ ਹੋਏ। ਤੁਸੀਂ ਦੇਖੋ ਨਾ ਕਿ ਕੋਹਲੀ ਮੁਸਲਸਲ ਨਾਕਾਮ ਰਹੇ ਨੇ, ਇਸ ਪੂਰੇ ਟੂਰਨਾਮੈਂਟ 'ਚ ਨਾਕਾਮ ਹੀ ਰਹੇ ਨੇ, ਹਰ ਮੈਚ 'ਚ ਉਹਨਾਂ ਨੇ ਨਾਕਾਮੀ ਦਾ ਸਾਹਮਣਾ ਕੀਤਾ ਹੈ। ਲੇਕਿਨ ਇਹਦੇ ਬਾਵਜੂਦ ਅਗਰ ਉਹ ਨਾਕਾਮ ਨੇ ਤਾਂ ਰੋਹਿਤ ਸ਼ਰਮਾ ਚੱਲ ਪੈਂਦਾ ਹੈ, ਰੋਹਿਤ ਸ਼ਰਮਾ ਨਾਕਾਮ ਹੋਵੇ ਤੇ ਉਹ ਪਾਂਡਿਆ ਚੱਲ ਪੈਂਦਾ ਹੈ, ਪਾਂਡਿਆ ਨਾਕਾਮ ਹੋਵੇ ਤੇ ਸੂਰੀਆ ਚੱਲ ਪੈਂਦਾ, ਪੰਤ ਚੱਲ ਪੈਂਦਾ। ਯਾਨੀ ਉਹਨਾਂ ਦੀ ਟੀਮ ਦੇ ਵਿੱਚ ਇੱਕ ਬੜੀ ਖੂਬੀ ਹੈ ਕਿ ਕੋਈ ਇੱਕ ਚੀਜ਼ ਬੈਠ ਜਾਂਦੀ ਹੈ ਨਾ, ਕੋਈ ਖਿਡਾਰੀ ਬੈਠ ਜਾਂਦਾ ਤੇ ਦੂਸਰਾ ਖੜਾ ਹੋ ਜਾਂਦਾ। ਮੇਰੇ ਖਿਆਲ ਟੀਮ ਬਣਾਉਣ ਦੇ ਵਿੱਚ ਸਭ ਨਾਲ ਤਕਨੀਕੀ ਗੱਲ ਹੀ ਇਹ ਹੋਣੀ ਚਾਹੀਦੀ ਹੈ ਕਿ ਜੇ ਇੱਕ ਕੋਈ ਬੰਦਾ ਜਾਂ ਇੱਕ ਪਲੇਅਰ ਪਰਫਾਰਮ ਨਹੀਂ ਕਰ ਰਿਹਾ ਤੇ ਦੂਸਰਾ ਆਪਣੀ ਪਰਫਾਰਮੈਂਸ ਯਕੀਨੀ ਬਣਾ ਜੀ, ਕਿਸੇ ਵੀ ਟੀਮ ਦੀ ਅਸਲ ਤਾਕਤ ਹੀ ਹੁੰਦੀ ਹੈ। ਜਿਸ ਤਰ੍ਹਾਂ ਰੋਹਿਤ ਸ਼ਰਮਾ ਨੂੰ ਪੁੱਛਿਆ ਗਿਆ ਕਿ ਤੁਸੀਂ ਵਰਲਡ ਕੱਪ 'ਚ ਸਭ ਤੋਂ ਬਿਹਤਰੀਨ ਮੈਚ ਕਿਹੜਾ ਖੇਲਿਆ ਤੇ ਉਹਨਾਂ ਨੇ ਜਵਾਬ ਜਿਹੜਾ ਦਿੱਤਾ ਉਹ ਬੜਾ ਅਨਐਕਸਪੈਕਟਡ ਸੀ। ਉਹ ਦੁਨੀਆ ਸੋਚ ਰਹੀ ਸੀ ਕਿ ਉਹ ਕਹਿਣਗੇ ਕਿ ਮੈਂ ਆਸਟ੍ਰੇਲੀਆ ਦੇ ਖਿਲਾਫ ਜਿਹ 'ਚ ਉਹਨਾਂ ਨੇ 92 ਰਨ ਬਣਾਏ ਸੀ ਕਿ ਇਹ ਬੜਾ ਸ਼ਾਨਦਾਰ ਮੈਚ ਹੈ, ਕਿਉਂਕਿ ਉਹਨਾਂ ਦੀ ਆਪਣੀ ਪਰਫਾਰਮੈਂਸ ਸੀ। ਲੇਕਿਨ ਰੋਹਿਤ ਸ਼ਰਮਾ ਨੇ ਇੱਕ ਬੜੀ ਸਮਝਦਾਰੀ ਦਾ ਮੁਜ਼ਾਹਰਾ ਕਰਦੇ ਹੋਏ ਬਲਕਿ ਹਕੀਕਤ 'ਤੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਇਸ ਬਿਹਤਰੀਨ ਮੈਚ ਜਿਹੜਾ ਸੀ ਉਹ ਬੰਗਲਾਦੇਸ਼ ਦੇ ਖਿਲਾਫ ਅਸੀਂ ਖੇਲਿਆ ਸੀ। ਬੰਗਲਾਦੇਸ਼ ਦੇ ਮੈਚ ਦੇ ਖਿਲਾਫ ਬਿਹਤਰੀਨ ਖੇਲਣ ਦੀ ਵਜ੍ਹਾ ਇਹ ਵੀ ਸੀ ਕਿ ਸਾਡੇ ਸਾਰੇ ਖਿਡਾਰੀਆਂ ਨੇ ਆਪਣਾ ਆਪਣਾ ਹਿੱਸਾ ਪਾਇਆ ਸੀ। ਕਿਸੇ ਨੇ 20 ਕੀਤੇ, ਕਿਸੇ ਨੇ 25 ਕੀਤੇ, ਕਿਸੇ ਨੇ 30 ਕੀਤੇ। ਸਾਰੀ ਟੀਮ ਵਰਕ ਜਿਹੜੀ ਟੀਮ ਐਫਰਟਸ। ਅੱਛਾ, ਹੁਣ ਜਿਹੜੀ ਟੀਮ ਵਰਕ ਹੈ ਨਾ ਹਮੇਸ਼ਾ ਜੀਤੋ ਦੀ ਹੁੰਦੀ ਹੈ ਜਿਹਦੇ ਕੋਲ ਟੀਮ ਵਰਕ ਹੋਵੇ। ਇੰਡੀਆ ਦਾ ਤਾਂ ਇਹ ਐਜ ਹੈ। ਔਰ ਉਸ ਤੋਂ ਇਲਾਵਾ ਬੁਮਰਾਹ ਤੁਹਾਨੂੰ ਪਤਾ ਉਹਨਾਂ ਦਾ ਸਪੈਸ਼ਲਿਸਟ ਬੋਲਰ ਹੈ ਉਹ, ਔਰ ਉਹਦੇ ਨਾਲ ਦੂਸਰਾ ਇੱਕ ਸ਼ਾਮੀ ਨਹੀਂ ਸਰਾਜ ਹੈ, ਉਹ ਬਿਹਤਰੀਨ ਬੋਲਰ ਹੈ। ਅੱਛਾ, ਹਰਮੀਤ ਸਿੰਘ ਜਿਹੜਾ ਨਾ ਉਹ ਵੀ ਨਵੇਂ ਬੋਲਰ ਆਏ ਨੇ, ਉਹ ਵੀ ਜ਼ਬਰਦਸਤ ਨੇ। ਬੋਲਿੰਗ ਉਹਨਾਂ ਦੀ ਅੱਛੀ ਹੈ ਔਰ ਤੁਸੀਂ ਦੇਖੋ ਕਿ ਕੱਲ ਇੰਗਲੈਂਡ ਨੂੰ ਜਿਹੜਾ ਭਾਰਤੀ ਸਪਿਨਰਸ ਨੇ ਨਾ ਆਪਣਾ ਜਾਦੂ ਚਲਾਇਆ ਤੇ ਉਹਨਾਂ ਨੂੰ ਚਾਰੋਂ ਸ਼ਾਨੇ ਜਿਹੜਾ ਜਿੱਤ ਕਰ ਦਿੱਤਾ। ਬੋਲਿੰਗ ਵੀ ਉਹਨਾਂ ਦੀ ਸ਼ਾਨਦਾਰ ਹੈ, ਫੀਲਡਿੰਗ ਵੀ ਉਹਨਾਂ ਦੀ ਅੱਛੀ ਹੈ ਔਰ ਬੈਟਿੰਗ ਬਹੁਤ ਅੱਛੀ ਹੈ ਉਹਨਾਂ ਦੀ। ਅੱਛਾ ਹਾਸ਼ਮੀ ਸਾਹਿਬ, ਇੱਕ ਜ਼ਿਮਨੀ ਮੈਂ ਗੱਲ ਕਰਾਂ ਕਿ ਇੱਕ ਦੌਰ ਸੀ ਅਸੀਂ ਆਪਣੇ ਬਚਪਨ 'ਚ ਵੇਖਦੇ ਹਾਂ ਕਿ ਪਾਕਿਸਤਾਨ ਤੇ ਇੰਡੀਆ ਇਹਨਾਂ ਦੋਵਾਂ ਦੀ ਜਿਹੜੀ ਸਟਰੈਂਥ ਹੁੰਦੀ ਸੀ ਨਾ ਉਹ ਸਪਿਨ ਹੁੰਦੀ ਸੀ। ਖਾਸ ਤੌਰ ਤੇ ਇੰਡੀਆ ਦੀ ਤਾਂ ਅਸੀਂ ਦੇਖੀ ਕਿ ਉਹਨਾਂ ਕੋਲ ਮੀਡੀਅਮ ਪੇਸਰ ਹੁੰਦੇ ਸੀ ਤੇ ਜਾਂ ਸਪਿਨਰ ਹੁੰਦੇ ਸੀ ਤੇ ਉਹਨਾਂ ਨੇ ਸਪਿਨਰ ਦੇ ਆਪਣੀ ਉਹ ਰਵਾਇਤ ਰੱਖੀ ਪਰ ਪਾਕਿਸਤਾਨ ਨਹੀਂ ਰੱਖ ਸਕਿਆ। ਨਹੀਂ, ਉਹ ਪਤਾ ਕੀ ਗੱਲ ਹੈ, ਇੰਡੀਆ 'ਚ ਹਮੇਸ਼ਾ ਹੀ ਸਪਿਨ ਜਿਹੜੀ ਨਾ ਉਹ ਜ਼ਰਖੇਜ਼ ਰਿਹਾ ਹੈ। ਪਾਕਿਸਤਾਨ 'ਚ ਹਮੇਸ਼ਾ ਫਾਸਟ ਬੋਲਿੰਗ ਜ਼ਰਖੇਜ਼ ਰਹੀ ਹੈ। ਮਤਲਬ ਤੁਸੀਂ ਭੂਸ਼ਣ ਸਿੰਘ ਬੇਦੀ ਤੋਂ ਲੈ ਕੇ ਤੇ ਹੁਣ ਤੱਕ ਹਰਭਜਨ ਸਿੰਘ ਤੱਕ ਤੋਂ ਲੈ ਕੇ ਜਦੇਜਾ ਤੱਕ ਦੇਖੋ, ਉਹਨਾਂ ਕੋਲ ਬਹੁਤ ਸਪਿਨ ਕੁਆਲਿਟੀ ਸੀ। ਸਾਡੇ ਕੋਲ ਵੀ ਬੜੀ ਅੱਛੀ ਸਪਿਨ ਸੀ। ਅਬਦੁਲ ਕਾਦਰ ਬਹੁਤ ਬੜੇ ਸਪਿਨਰ ਸੀ, ਸਾਡੇ ਬਹੁਤ ਹੀ ਵੱਡੇ ਸਪਿਨਰ ਸੀ, ਉਹਨਾਂ ਤੋਂ ਦੁਨੀਆ ਸਿੱਖ ਕੇ ਗਈ ਸੀ। ਲੇਕਿਨ ਹੁਣ ਇਹ ਬਦਕਿਸਮਤੀ ਪਿਛਲੇ 4-5 ਸਾਲਾਂ 'ਚ ਨਾ ਅਸੀਂ ਆਪਣੀ ਸਪਿਨ ਬੋਲਿੰਗ ਭੁੱਲ ਗਏ ਔਰ ਨਾ ਹੀ ਅਸੀਂ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ। ਮੇਰਾ ਖਿਆਲ ਇਹਦੀ ਵਜ੍ਹਾ ਸ਼ਾਇਦ T20
ਹੋ ਸਕਦਾ, ਲੇਕਿਨ T20 'ਚ ਵੀ ਤੇ ਸਪਿਨ ਬੋਲਿੰਗ ਬੜੀ ਇਫੈਕਟਿਵ ਹੁੰਦੀ ਹੈ। ਤੁਸੀਂ ਦੇਖੋ ਦੁਨੀਆ ਦੇ ਬਿਹਤਰੀਨ ਜਿਹੜੇ ਨੇ ਉਹ ਸਪਿਨ ਬੋਲਰਸ ਜਿਹੜੇ ਨੇ ਵਿੱਚ ਕਾਮਯਾਬ ਰਹੇ ਨੇ। ਇਹ ਨਹੀਂ ਹੈਗਾ ਕਿ ਨਹੀਂ ਜ਼ਰੂਰਤ, ਲੇਕਿਨ ਅਸੀਂ ਕੋਸ਼ਿਸ਼ ਨਹੀਂ ਕੀਤੀ। ਸਾਡਾ ਆਖਰੀ ਜਿਹੜਾ ਬੋਲਰ ਹੈ ਉਹ ਸ਼ਾਦਾਬ ਖਾਨ ਹੈ, ਔਰ ਪਿਛਲੇ 4 ਸਾਲਾਂ ਤੋਂ 3 ਸਾਲਾਂ ਤੋਂ ਪਰਫਾਰਮ ਹੀ ਨਹੀਂ ਕਰ ਰਿਹਾ। ਉਸ ਤੋਂ ਬਾਅਦ ਅਸੀਂ ਕੋਈ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ, ਔਰ ਅਗਰ ਅਸੀਂ ਲੱਭ ਲੈਂਦੇ ਹਾਂ ਤਾਂ ਉਹਨੂੰ ਅਸੀਂ ਖਿਡਾਉਂਦੇ ਹੀ ਨਹੀਂ। ਬਰਾਰ ਇਸ ਵੇਲੇ ਬਿਹਤਰੀਨ ਚੁਆਇਸ ਹੈ ਸਾਡੇ ਕੋਲ, ਅਸੀਂ ਉਹਨੂੰ ਨਹੀਂ ਖਿਲਾ ਰਹੇ। ਇੱਕ ਹੋਰ ਲੜਕਾ ਬਲੋਚਿਸਤਾਨ ਤੋਂ, ਉਹਨੂੰ ਵੀ ਅਸੀਂ ਕੰਸੀਡਰ ਨਹੀਂ ਕਰ ਰਹੇ। ਤਾਂ ਇਹ ਸਾਡੀ ਪ੍ਰੋਬਲਮ ਹੈ। ਅੱਛਾ, ਹੁਣ ਜਿੱਥੇ ਤੱਕ ਜਨੂਬੀ ਅਫਰੀਕਾ ਦੀ ਟੀਮ ਦੀ ਗੱਲ ਹੈ ਨਾ, ਕਿ ਜਨੂਬੀ ਅਫਰੀਕਾ ਜਿਹੜੀ ਨਾ ਉਹਦੇ 'ਚ ਜਿਹੜਾ ਮੇਨ ਡਿਫਰੈਂਸ ਹੈ ਨਾ ਸਰ, ਅਗਰ ਤੁਸੀਂ ਬੁਮਰਾ ਦੇ ਮੁਕਾਬਲੇ ਤੇ ਰਬਾਦਾ ਨੂੰ ਲਓਗੇ ਨਾ, ਤੇ ਰਬਾਦਾ ਨੇ ਇਸ ਮੈਚ ਦੇ ਵਿੱਚ ਜਾਂ ਇਸ ਟੂਰਨਾਮੈਂਟ 'ਚ ਬਹੁਤ ਸ਼ਾਨਦਾਰ ਬੋਲਿੰਗ ਕੀਤੀ ਹੈ। ਅੱਛਾ, ਹੁਣ ਵਜ੍ਹਾ ਕੀ ਹੈ ਰਬਾਦਾ ਦੇ ਕਾਮਯਾਬ ਹੋਣ ਦੀ? ਵਜ੍ਹਾ ਕੀ ਹੈ ਰਬਾਦਾ ਦੇ ਕਾਮਯਾਬ ਹੋਣ ਦੀ? ਵਜ੍ਹਾ ਜਿਹੜੀ ਹੈ ਨਾ ਉਹ ਇਹ ਵੇ ਕਿ ਇੱਥੋਂ ਦੀ ਜਿਹੜੀ ਵਿਕਟਾਂ ਨੇ ਨਾ ਉਹ ਬੜੀਆਂ ਅਨਐਕਸਪੈਕਟਡ ਰਿਜ਼ਲਟਸ ਦਿੰਦੀਆਂ ਨੇ। ਮਸਲਨ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਕਿ ਇਹ ਜਿਹੜਾ ਜਨੂਬੀ ਅਫਰੀਕਾ ਹੈ ਇਹ ਹੁਣ ਫਾਈਨਲ 'ਚ ਪਹੁੰਚ ਗਿਆ। ਠੀਕ ਹੈ। ਇਹ ਇਸੇ ਗਰਾਊਂਡ ਕਿੰਗਸਟਨ ਓਵਲ ਜਿਹੜੀ ਗਰਾਊਂਡ ਜਿਹਦੇ 'ਚ ਫਾਈਨਲ ਹੋਣਾ ਹੈ, ਇਸੇ ਗਰਾਊਂਡ ਦੇ ਵਿੱਚ ਇਹ ਨੇਪਾਲ ਕੋਲ 1 ਰਨ ਤੋਂ ਜਿੱਤੇ ਸੀ। ਮਤਲਬ ਇੰਨਾ ਟਫ ਮੁਕਾਬਲਾ ਸੀ ਕਿ 1 ਰਨ ਤੋਂ ਜਿੱਤ ਕੇ ਇਹਨਾਂ ਨੇ ਆਪਣੀ ਇੱਜ਼ਤ ਬਚਾਈ। ਤੇ ਇਹੋ ਜਿਹੀ ਵਿਕਟ ਜਿਹਦੇ 'ਚ ਦਰਾੜਾਂ ਹੋਣ ਔਰ ਦਰਾੜਾਂ 'ਚ ਘਾਹ ਉੱਗਿਆ ਹੋਵੇ, ਉੱਥੇ ਕੋਈ ਆਮ ਬੋਲਰ ਮੇਰੇ ਵਗੈਰਾ ਵੀ ਗੇਂਦ ਕਰੇਗਾ ਨਾ ਸਿੱਧੀ, ਤੇ ਉਹ ਗਜ਼ ਦੀ ਸਵਿੰਗ ਹੋਏਗੀ। ਔਰ ਇਹ ਜਿਹੜਾ ਰਬਾਦਾ ਹੈ ਨਾ, ਇਹਨੂੰ ਆਪਣੀ ਲਾਈਨ ਲੈਂਥ ਤੇ ਬੜਾ ਕੰਟਰੋਲ ਹੈ, ਆਪਣੀ ਸਵਿੰਗ ਤੇ ਬੜਾ ਕੰਟਰੋਲ ਹੈ। ਔਰ ਜਦੋਂ ਉਹਨੂੰ ਵਿਕਟ ਮਦਦ ਕਰੇਗੀ ਨਾ ਤੇ ਭਾਰਤੀ ਬੱਲੇਬਾਜ਼ ਦੇਖਦੇ ਰਹਿ ਜਾਣਗੇ ਕਿ ਗੇਂਦ ਆਈ ਕਿੱਧਰੋਂ ਤੇ ਗਈ ਕਿੱਧਰ। ਇਹ ਇੱਕ ਬੁਨਿਆਦੀ ਫਰਕ ਹੈ। ਔਰ ਉਸ ਤੋਂ ਇਲਾਵਾ ਇਹਨਾਂ ਦੇ ਕੋਲ ਡੀਕੌਕ ਬਹੁਤ ਜ਼ਬਰਦਸਤ, ਹਾਲਾਂਕਿ ਰਿਟਾਇਰਮੈਂਟ ਲੈ ਲਈ ਸੀ ਉਹਨਾਂ ਨੇ, ਵਾਪਸ ਲਈ ਉਹਨਾਂ ਨੇ। ਡੀਕੌਕ ਬਹੁਤ ਜ਼ਬਰਦਸਤ ਬੈਟਸਮੈਨ ਨੇ, ਔਰ ਕਲਾਸਨ ਬਹੁਤ ਅੱਛੇ ਬੈਟਸਮੈਨ ਨੇ, ਮਾਰਕਰਮ ਖੁਦ ਬੜਾ ਅੱਛਾ ਖੇਲਦੇ ਨੇ। ਤੇ ਇਹ 3-4 ਖਿਡਾਰੀ ਜਿਹੜੇ ਟੀਮ ਨੂੰ ਲੈ ਕੇ ਚੱਲਦੇ ਨੇ। ਲੇਕਿਨ ਮੈਨੂੰ ਇਸ ਵੇਲੇ ਜਿਹੜੇ ਜਨੂਬੀ ਅਫਰੀਕਾ ਨਾ ਉਹਦੇ ਜਿੱਤਣ ਦੇ ਇਮਕਾਨਾਤ ਨਜ਼ਰ ਆ ਰਹੇ ਨੇ। ਅੱਛਾ, ਇਹਦੀ ਵਜ੍ਹਾ ਕੀ? ਇਹਦੀ ਵਜ੍ਹਾ ਜਿਹੜੀ ਹੈ ਨਾ ਉਹ ਸਿਰਫ ਉਹਨਾਂ ਦੇ ਬੋਲਿੰਗ ਜਿਹੜਾ ਹੈ ਉਹ, ਔਰ ਉਹਨਾਂ ਦੀ ਬੈਟਿੰਗ ਜਿਹੜੀ ਹੈ ਉਹ, ਜਿਹੜਾ ਉਹਨਾਂ ਦਾ ਕੰਬੀਨੇਸ਼ਨ ਹੈ ਨਾ, ਇਹ ਇੱਕ ਮੁਸਤਕਿਲ ਮਜ਼ਾਜੀ ਜਿਹੜੀ ਹੈ ਨਾ, ਉਹ ਇੱਕ ਬੜੀ ਵਜ੍ਹਾ ਹੈ ਇਹਦੀ। ਭਾਰਤ ਜਿਹੜਾ ਨਾ ਚੂਕ ਕਰ ਜਾਂਦਾ ਵਿੱਚ, ਪਾਕਿਸਤਾਨ ਦੇ ਖਿਲਾਫ ਕੀਤਾ ਨਾ ਚੂਕ ਉਹਨਾਂ ਨੇ। ਉਹ ਤਾਂ ਸਾਡੀ ਬਦਕਿਸਮਤੀ ਕਿ ਸਾਡੇ ਬੱਲੇਬਾਜ਼ੀ ਚੰਗੀ ਨਹੀਂ ਸੀ, ਵਰਨਾ 120 ਰਨਾਂ ਦੀ ਕੀ ਔਕਾਤ ਸੀ ਉੱਥੇ। ਅਸੀਂ ਤੇ ਜਿੱਤ ਜਾਣਾ ਸੀ, ਆਰਾਮ ਨਾਲ ਜਿੱਤ ਜਾਣਾ ਸੀ। ਤੇ ਉਹ ਮੈਨੂੰ ਲੱਗਦਾ ਹੈ ਕਿ ਜਨੂਬੀ ਅਫਰੀਕਾ, ਇਹ ਮੇਰੀ ਗੱਲ ਦੀ ਤਾਇਦ ਜਿਹੜੀ ਹੈ ਨਾ, ਉਹ ਇੱਕ ਆਸਟ੍ਰੇਲੀਆ ਦੇ ਬੋਲਰ ਨੇ, ਸਪਿਨ ਬੋਲਰ ਹੋਗ, ਉਹਨਾਂ ਨੇ ਵੀ ਕੀਤੀ। ਉਹਨਾਂ ਨੇ ਵੀ ਕਿਹਾ ਕਿ ਇਹਦੇ ਜਨੂਬੀ ਅਫਰੀਕਾ ਦੇ ਜਿੱਤਣ ਦੇ ਚਾਂਸ ਜ਼ਿਆਦਾ ਨੇ। ਲਓ ਜੀ, ਹਾਸ਼ਮੀ ਸਾਹਿਬ ਨੇ ਥ੍ਰਿਲ ਕਰ ਦਿੱਤਾ ਹੈ ਥੋੜਾ ਜਿਹਾ ਇਹ ਕਹਿ ਕੇ ਕਿ ਜਨਾਬ ਜਨੂਬੀ ਅਫਰੀਕਾ ਦੇ ਚਾਂਸਸ ਹੈਗੇ ਨੇ ਜਿੱਤਣ ਦੇ। ਬਹਰਹਾਲ ਜਿੱਥੇ ਤੱਕ ਸਪੋਰਟਸਮੈਨ ਸਪਿਰਿਟ ਦੀ ਗੱਲ ਹੈ, ਉਹ ਤਾਂ ਅਸੀਂ ਇਹੀ ਕਹਾਂਗੇ ਜਿਹੜੀ ਟੀਮ ਚੰਗਾ ਖੇਡੇਗੀ ਉਹ ਲੈ ਜਾਏਗੀ। ਲੇਕਿਨ ਇੰਡੀਆ ਦੇ ਪਲੇਅਰ ਸਾਡੇ ਕਰੀਬ ਨੇ, ਉਹ ਟੀਮ ਜਿਸ ਤਰ੍ਹਾਂ ਪਰਫਾਰਮ ਕਰਦੀ, ਮੇਰੀ ਜ਼ਾਤੀ ਇੱਕ ਗੱਲ ਹੈਗੀ ਕਿ ਮੇਰੀ ਤਮੰਨਾ ਹੋਵੇਗੀ ਕਿ ਇੰਡੀਆ ਜਿੱਤੇ। ਇੱਕ ਲਾਈਨ ਦਾ ਮੈਂ ਇਜ਼ਾਫਾ ਕਰ ਦਊਂ ਵਿੱਚ, ਕਿ ਅਗਰ ਇੰਡੀਆ ਨੂੰ ICC ਦੀ ਸਪੋਰਟ ਨਾ ਹੋਵੇ ਤਾਂ ਇੰਡੀਆ ਜਿੱਤ ਕੇ ਵਿਖਾ ਦੇ। ਲਓ ਜੀ, ਇਹ ਵੀ ਇੱਕ ਚੈਲੰਜ ਹੈ। ਤੇ ਬਹਰਹਾਲ ਵੇਖੋ, ਇਹ ਮੈਚ ਇੱਕ ਅੱਧੇ ਦਿਨ 'ਚ ਮੈਚ ਹੋ ਜਾਏਗਾ, ਉਹਦਾ ਰਿਜ਼ਲਟ ਵੀ ਆ ਜਾਏਗਾ। ਔਰ ਕ੍ਰਿਕਟ ਦੇ ਇਸ ਟੂਰਨਾਮੈਂਟ ਨੇ ਬਹੁਤ ਸਾਰੀਆਂ ਨਵੀਆਂ ਟੀਮਾਂ ਦਿੱਤੀਆਂ ਨੇ, ਹੋਪਸ ਦਿੱਤੀਆਂ ਨੇ, ਔਰ ਪਾਕਿਸਤਾਨ ਦੇ ਵਾਸਤੇ ਖਾਸ ਤੌਰ ਤੇ ਸਬਕ ਦਿੱਤਾ ਹੈ ਕਿ ਜੇ ਠੀਕ ਨਾ ਹੋਈ ਟੀਮ ਤੇ ਫਿਰ ਜਨਾਬ ਕੋਈ ਹਾਲ ਨਹੀਂ ਤੁਹਾਡਾ ਬਾਕੀ ਟੂਰਨਾਮੈਂਟ 'ਚ ਵੀ। ਮੈਂ ਆਪਣੇ ਜਿਹੜੇ ਸ਼ਾਇਕੀਨ ਨੇ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਫਾਈਨਲ ਦਾ ਮੈਚ ਹੈ ਨਾ, ਵੀ ਬਾਰਿਸ਼ ਦੀ ਨਜ਼ਰ ਹੋ ਸਕਦਾ ਹੈ। ਔਰ ਅਗਰ ਇਹ ਬਾਰਿਸ਼ ਹੋ ਗਈ ਨਾ, ਵੈਸੇ ਰਿਜ਼ਰਵ ਡੇ ਰੱਖਿਆ ਉਹਨਾਂ ਨੇ ਇਤਵਾਰ ਦਾ ਵੀ, ਲੇਕਿਨ ਅਗਰ ਇਤਵਾਰ ਨੂੰ ਵੀ ਬਾਰਿਸ਼ ਹੋ ਗਈ ਨਾ, ਤਾਂ ਫਿਰ ਇਹ ਦੋਨੋਂ ਟੀਮਾਂ ਮੁਸ਼ਤਰਕਾ ਚੈਂਪੀਅਨ ਬਣਨਗੀਆਂ। ਫਿਰ 6 ਮਹੀਨੇ ਦੀਆਂ ਕਰਨਗੇ ਅੱਧੇ। ਅੱਛਾ, ਚਲੋ ਜੀ, ਚਲੋ ਜਨਾਬ, ਇਸ ਅਪਡੇਟ ਦੇ ਨਾਲ ਇਜਾਜ਼ਤ ਦਿਓ। ਜਿੰਦੇ ਰਹੋ, ਵਸਦੇ ਰਹੋ।